ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੋ ਤੂੰ ਠਾਕੁਰ ਊਚ ਭਗਵਾਨਾ। ਮੈਂ ਹਰ ਹਰ ਨਾਮ ਧਰ ਸੋਈ ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ। ਮੈਂ ਤੁਝ ਬਿਨ ਅਵਰ ਨ ਕੋਈ ਮੈਂ ਤਾਣ ਦੀਵਾਨ। ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਉ ਨਾਹੀ ਬੇਨੰਤੀ। ਸੁਖ ਤੁਝ ਹੀ ਪਾਸ ਜੀਤਾ ਜੀਉ ਪਿੰਡ ਸਭ ਤੇਰਾ। ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਹੈ ਜਨ ਨਾਨਕ। ਤੂੰ ਕਰ ਕਰੀ ਵਖਿਆਨ ਸਨ ਦਾ ਨਾਨਕ ਰਾਏ ਤੇਹਾ ਹਉ ਕਰੀ ਵਖਿਆਨ। ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਢਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਕੇ ਪਾਤਸ਼ਾਹ ਮਲ ਜਨਮ ਜਨਮ ਦਿੱਤੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਬਹਿ ਉਹੀ ਆਵੇ ਸਾਹ ਪਾਸ ਬਹਿ ਸੋਹੀਐ। ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਸਾਚੈ ਬੈਸਣ ਉੱਠਣਾ ਸੱਚ ਭਾਖਿਆ। ਚਿਤ ਸੱਚੈ ਚਾ ਰਸ ਚਾਖਿਆ।
ਸਾਚੈ ਬੈਸਣ ਉਠਣਾ, ਹਜ ਭੋਜਨ ਭਾਖਿਆ। ਚਿਤ ਸਚੈ ਵਿਦੋ ਸੱਚਾ, ਰਸ ਚਾਖਿਆ। ਸਾਚੈ ਰਖੇ, ਗੁਰ ਬਚਨ ਸੁਭਾਖਿਆ। ਮਨ ਮੁਖ ਕੋ ਆਲਸ ਘਣੋ, ਹਾਥੇ ਉਜਾੜੀ। ਹਾਥੈ ਗੜੀ, ਲਗ ਬੰਧ ਬਿਗਾੜੀ। ਗੁਰ ਪ੍ਰਸਾਦਿ ਹੋਏ, ਸਾਚੇ ਨਿਜ ਤਾੜੀ। ਅਨਹਤ ਲਾਲਾ ਵੇਦਿਆ, ਪ੍ਰਭ ਹੇਤ ਪਿਆਰੀ। ਬਿਨ ਸਾਚੇ ਜਿਉ ਜਲ ਬਲ, ਝੂਠੇ ਬੇਖਾਰੀ। ਬਾਦ ਕਾਰਾ ਸਭ ਛੋਡੀਆ, ਸਾਚੀ ਤਰ ਤਾਰੀ। ਜਿਨੀ ਨਾਮ ਵਿਸਾਰਿਆ, ਤਿਨਾ ਠੌਰ ਨ ਠਾਓ। ਲਾਲਚ ਤਿਆਗੇ, ਪਾਇਆ ਹਰਿ ਨਾਉ। ਤੂੰ ਹੈ ਤਾਂ ਮੇਲ ਲਹਿ, ਨਾਨਕ ਬਲ ਜਾਓ। ਲਾਲੈ ਲਾਲਚ ਤਿਆਗਿਆ, ਨਾਉ। ਤੂੰ ਤਾਂ ਮੇਲ ਲਹਿ, ਨਾਨਕ ਬਲ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰੱਖਿਅਕ, ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਵੰਸ ਦਾਨੀ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਜੋ ਪਾਵਨ ਸ਼ਬਦ ਆਪ ਜੀ ਨੇ ਸ਼ਰਵਣ ਕੀਤਾ ਹੈ, ਕੱਲ੍ਹ ਵਾਲੀ ਵਿਚਾਰ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ 4 ਪਦਿਆਂ ਤੱਕ ਵਿਚਾਰ ਕਰਵਾਈ ਸੀ, ਜਿਹਦੇ ਵਿੱਚ ਸਤਿਗੁਰੂ ਮਹਾਰਾਜ ਨੇ ਜੋ ਪ੍ਰਭੂ ਦਾ ਪਿਆਰਾ ਸੇਵਕ ਹੈ, ਦਾਸ ਹੈ, ਉਸ ਦਾਸ ਦੇ ਜੀਵਨ ਦੀ ਪਰਿਭਾਸ਼ਾ ਦੱਸਣਾ ਕੀਤੀ ਹੈ ਕਿ ਦਾਸ ਕਿਹੜੇ ਕਿਹੜੇ ਕੰਮ ਕਰਦਾ ਹੈ
ਦਾਸ ਕਿਵੇਂ ਉਸ ਮਾਲਕ ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ। ਤੇ ਸਤਿਗੁਰੂ ਜੀ ਬਚਨ ਕਰਦੇ, ਜਿਹੜਾ ਪ੍ਰਭੂ ਦਾ ਸੇਵਕ ਹੈ ਨਾ, ਉਹ ਦਿਨ ਰਾਤ ਉਸ ਮਾਲਕ ਦੀ ਚਾਕਰੀ ਵਿੱਚ ਲੱਗਿਆ ਰਹਿੰਦਾ। ਉਹ ਹਰ ਸਮੇਂ ਉਸ ਵਾਹਿਗੁਰੂ ਦੀ ਚਾਕਰੀ ਕਰਦਾ, ਸੇਵਕ ਬਣ ਕੇ ਸੇਵਾ ਕਰਦਾ ਹੈ। ਮਾਲਕ ਪ੍ਰਭੂ ਨੂੰ ਬਾਦਸ਼ਾਹ ਦਾ ਬਾਦਸ਼ਾਹ ਮੰਨਦਾ ਹੈ। ਆਪਣੇ ਮਨ ਨੂੰ ਉਹਨਾਂ ਨੇ ਗੁਰੂ ਦੇ ਬਚਨਾਂ ਵਿੱਚ ਵੇਚਿਆ ਹੋਇਆ। ਗੁਰੂ ਦੇ ਬਚਨਾਂ ਵਿੱਚ ਵੇਚਣ ਤੋਂ ਭਾਵ ਕਿ ਗੁਰੂ ਪਾਤਸ਼ਾਹ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਨ ਵਾਲਾ। ਜਿਵੇਂ ਗੁਰੂ ਸਾਹਿਬਾਨ ਬਚਨ ਕਰਦੇ ਨੇ ਨਾ, ਉਹਦੇ ਮੁਤਾਬਕ ਹੀ ਆਪਣੇ ਮਨ ਨੂੰ ਢਾਲਿਆ ਹੋਇਆ। ਮਨ ਨੂੰ ਆਪਣੀ ਮੱਤ ਨਹੀਂ ਸੁਣਾਉਂਦਾ। ਮਨ ਨੂੰ ਕਹਿੰਦਾ ਕਿ ਮਨਾ ਤੂੰ ਗੁਰੂ ਦੀ ਮੱਤ ਸੁਣ, ਜਿਸ ਮੱਤ ਨੂੰ ਸੁਣ ਕੇ ਤੇਰਾ ਭਲਾ ਹੋਵੇਗਾ। ਇਸ ਕਰਕੇ ਉਹਨਾਂ ਨੇ ਮਨ ਆਪਣਾ ਗੁਰੂ ਚਰਨਾਂ ਵਿੱਚ ਲਾਇਆ ਹੋਇਆ ਹੈ। ਅਤੇ ਆਪਣੇ ਮਨ ਨੂੰ ਧੀਰਜ ਕਿਵੇਂ ਦਿੰਦੇ ਨੇ? ਧੀਰਜ ਦਿੰਦੇ ਨੇ ਗੁਰੂ ਦੇ ਸ਼ਬਦ ਰਾਹੀਂ। ਸ਼ਬਦ ਨਾਲ ਸ਼ਬਦ ਦੀ ਵਿਚਾਰ ਕਰਨੀ, ਸ਼ਬਦ ਨੂੰ ਪੜ੍ਹਨਾ। ਫਿਰ ਇਸ ਤਰ੍ਹਾਂ ਆਪਣੇ ਮਨ ਨੂੰ ਧੀਰਜ ਦਿੰਦੇ ਹਨ। ਅਤੇ ਸਤਿਗੁਰੂ ਕਹਿੰਦੇ ਨੇ, ਫਿਰ ਉਹ ਪ੍ਰਭੂ ਦਾ ਪਿਆਰਾ ਆਪਣੇ ਗੁਰੂ ਨੂੰ ਸ਼ਾਬਾਸ਼ ਆਖਦਾ ਕਿ ਮੇਰਾ ਗੁਰੂ ਧਨ ਹੈ, ਮੈਂ ਇਸੇ ਗੁਰੂ ਤੋਂ ਸਦਕੇ ਹਾਂ। ਕਿਉਂ ਗੁਰੂ ਦੀ ਕਿਰਪਾ ਦੇ ਨਾਲ ਹੀ ਮੇਰੇ ਮਨ ਦੀ ਜਿਹੜੀ ਪੀੜਾ ਸੀ ਨਾ, ਉਹ ਕੱਟੀ ਗਈ। ਪਹਿਲਾਂ ਮੇਰਾ ਮਨ ਸੰਕਲਪਾਂ ਵਿਕਲਪਾਂ ਵਿੱਚ ਡੁੱਬਿਆ ਫਿਰਦਾ ਸੀ। ਮਨ ਦਿਨ ਰਾਤ ਦੌੜਿਆ ਭੱਜਿਆ ਫਿਰਦਾ ਸੀ। ਅਤੇ ਗੁਰੂ ਨੇ ਐਸੀ ਕਿਰਪਾ ਕੀਤੀ, ਮਿਹਰ ਕੀਤੀ, ਸ਼ਬਦ ਦੀ ਦਾਤ ਬਖਸ਼ੀ। ਦੱਸਿਆ ਗੁਰੂ ਨੇ ਕਿ ਸਿੱਖਾ, ਇਸ ਤਰ੍ਹਾਂ ਤੈਂ ਨਾਮ ਬਾਣੀ ਦਾ ਅਭਿਆਸ ਕਰਨਾ ਹੈ, ਸ਼ਬਦ ਨਾਲ ਜੁੜਨਾ ਹੈ, ਜਿਹਦੇ ਰਾਹੀਂ ਫਿਰ ਮਨ ਦੀ ਪੀੜਾ ਕੱਟੀ ਗਈ। ਜਿਹੜਾ ਪ੍ਰਭੂ ਦਾ ਪਿਆਰਾ ਹੈ, ਉਹ ਧਨੀ ਮਾਲਕ ਦਾ ਹੀ ਲਾਲਾ ਗੋਲਾ ਹੈ, ਸੇਵਕ ਹੈ। ਅਤੇ ਉਸ ਮਾਲਕ ਦੀ ਯਾਦ ਵਿੱਚ ਅੱਠੇ ਪਹਿਰ ਉਹ ਜੁੜਿਆ ਰਹਿੰਦਾ। ਹਰ ਸਮੇਂ ਮਾਲਕ ਦੇ ਹੁਕਮ ਦੀ ਪਾਲਣਾ ਕਰਦਾ ਹੈ। ਕਹਿੰਦੇ ਪ੍ਰਭੂ ਦੀ ਵਡਿਆਈ ਤਾਂ ਕਹਿ ਕੇ ਕੀ ਦੱਸਣੀ ਹੈ। ਜਿਹੜਾ ਪ੍ਰਭੂ ਦਾ ਪਿਆਰਾ ਨਾ, ਉਸ ਮਾਲਕ ਪ੍ਰਭੂ ਦੇ ਪਿਆਰੇ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਹੈ। ਅਤੇ ਇੱਥੇ ਪ੍ਰਭੂ ਦਾ ਪਿਆਰਾ ਕਹਿ ਰਿਹਾ, ਜਗਿਆਸੂ ਕਹਿ ਰਿਹਾ ਕਿ ਮਾਲਕ ਜੀ ਕਿਆ ਕਹੋ ਵਡਾਈ, ਮੈਂ ਆਪ ਜੀ ਦੀ ਕਿਹੜੀ ਵਡਿਆਈ ਕਹਿ ਕੇ ਦੱਸਣਾ ਕਰਾਂ, ਤਾਂ ਕਿ ਤੁਹਾਡੀ ਮੈਨੂੰ ਖੁਸ਼ੀ ਮਿਲ ਜਾਵੇ, ਮੈਂ ਤੁਹਾਡੀ ਖੁਸ਼ੀ ਦਾ ਪਾਤਰ ਬਣ ਜਾਵਾਂ। ਫਿਰ ਅਖੀਰ 'ਤੇ ਕਹਿੰਦੇ ਨੇ, ਹੇ ਪ੍ਰਭੂ, ਜੇ ਤੈਨੂੰ ਭਾਉਂਦਾ ਚੰਗਾ ਲੱਗੇ ਫਿਰ ਤੂੰ ਬਖਸ਼ ਲਵੇ ਮੈਨੂੰ, ਤੂੰ ਬਖਸ਼ਣ ਵਾਲਾ। ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ, ਮਾਣ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ। ਜੇ ਤੈਨੂੰ ਭਾਉਂਦਾ ਨਾ ਮਾਲਕ ਜੀ, ਆਪਣੇ ਭਾਣੇ ਰਜਾ ਵਿੱਚ ਮੈਨੂੰ ਬਖਸ਼ ਲੈ। ਤੂੰ ਪੂਰਾ ਧਣੀ ਹੈ, ਮਾਲਕ ਹੈ, ਅਤੇ ਸੱਚ ਕਾਰ ਕਮਾਈ ਹੈ, ਤਾਂ ਕਿ ਤੇਰੀ ਰਜਾ ਵਿੱਚ ਰਹਿ ਕੇ ਤੇਰੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਅਸੀਂ ਸੱਚੀ ਸੁੱਚੀ ਕਾਰ ਕਮਾ ਸਕੀਏ। ਕਿਉਂਕਿ ਤੇਰਾ ਮੁੰਡ ਕਦੀਮਾਂ ਤੋਂ ਬਿਰਧ ਹੈ ਕਿ ਤੂੰ ਵਿਛੜਿਆਂ ਨੂੰ ਮੇਲਣ ਵਾਲਾ। ਮਾਲਕ ਕੀ ਕਰਦਾ ਹੈ? ਵਿਛੜਿਆਂ ਨੂੰ ਮੇਲਣ ਵਾਲਾ। ਅਸੀਂ ਕੀਤੇ ਹੋਏ ਕਰਮਾਂ ਕਰਕੇ ਉਸ ਵਾਹਿਗੁਰੂ ਨਾਲੋਂ, ਪਰਮੇਸ਼ਰ ਨਾਲ ਟੁੱਟੇ ਹੋਏ ਹਾਂ। ਅਤੇ ਸਤਿਗੁਰੂ ਕਹਿੰਦੇ ਨੇ, ਹੇ ਮਾਲਕ, ਜੀਵ ਆਤਮਾ ਦਾ, ਜਿੰਦ ਦਾ ਤੇਰੇ ਨਾਲ ਵਿਛੋੜਾ ਪਿਆ ਹੋਇਆ, ਪਰ ਮੈਂ ਤੇਰੇ ਬਾਅਦ ਸੁਣਨਾ ਕੀਤਾ ਕਿ ਤੂੰ ਵਿਛੜਿਆ ਕੋ ਮੇਲ ਲੈ ਗੁਰ ਕੋ ਬਲ ਜਾਈ। ਵਿਛੜਿਆਂ ਨੂੰ ਮੇਲਣ ਵਾਲਾ ਹੈ। ਮਿਲਿਆ ਤਾਂ ਜਾ ਸਕਦਾ ਜੇ ਗੁਰੂ ਦੇ ਲੜ ਲੱਗਾਂਗੇ। ਗੁਰੂ ਹੀ ਮਿਲਾਉਣ ਵਾਲਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ, ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਭਾਈ। ਆਪਣੇ ਗੁਰੂ ਤੋਂ ਸਦਕੇ ਜਾਣਾ ਚਾਹੀਦਾ। ਇਸ ਗੁਰੂ, ਉਹੀ ਗੁਰੂ ਹੈ ਜਿਹੜਾ ਪਰਮੇਸ਼ਰ ਨਾਲ ਇੱਕਮਿਕ ਹੈ ਅਤੇ ਸਾਨੂੰ ਇੱਕਮਿਕ ਕਰਨ ਵਾਲਾ ਹੈ। ਅਤੇ ਸਤਿਗੁਰੂ ਜੀ ਅਗਲੇ ਪਦੇ ਵਿੱਚ ਬਖਸ਼ਿਸ਼ ਕਰਦੇ ਨੇ, ਜਿਹੜਾ ਪ੍ਰਭੂ ਦਾ ਪਿਆਰਾ ਲਾਲਾ ਹੈ, ਗੋਲਾ ਹੈ, ਸੇਵਕ ਹੈ, ਉਹ ਚੰਗੀ ਮੱਤ ਵਾਲਾ ਹੈ। ਚੰਗੀ ਮੱਤ ਉਹਦੀ ਕਿਉਂ ਹੈ?
ਕਿਉਂਕਿ ਉਹਨੇ ਗੁਰੂ ਦੀ ਮੱਤ ਦਾ ਧਾਰਨ ਕੀਤਾ ਹੋਇਆ ਹੈ, ਉਹ ਗੁਰੂ ਦੀ ਮੱਤ ਅਨੁਸਾਰ ਚੱਲਦਾ। ਇਸ ਕਰਕੇ ਚਾਹੇ ਸ਼੍ਰੇਸ਼ਟ ਅਕਲ ਵਾਲਾ ਹੈ, ਗੁਰੂ ਦੀ ਮੱਤ ਦਾ ਧਾਰਨੀ ਬਣ ਕੇ ਗੁਰੂ ਗੁਰੂ ਜਪਦਾ ਉਹ, ਅਤੇ ਸੱਚ ਵਿੱਚ ਆਪਣੀ ਸੁਰਤੀ ਟਿਕਾਈ ਹੋਈ ਹੈ। ਉਹ ਸੁਰਤੀ ਸੁਹਾਵਣੀ ਹੋ ਗਈ ਹੈ ਉਹਦੀ। ਅਤੇ ਮਨਮੁੱਖਾਂ ਦੀ ਜਿਹੜੀ ਮੱਤ ਹੈ ਫਿੱਕੀ ਮੱਤ ਹੈ। ਮਨਮੁੱਖ ਲੋਕ ਮਨ ਦੀਆਂ ਮਰਜ਼ੀਆਂ ਕਰਦੇ ਨੇ, ਜਿਸ ਕਰਕੇ ਉਹਨਾਂ ਨੂੰ ਗੁਰੂ ਦੀ ਖੁਸ਼ੀ ਨਹੀਂ ਮਿਲ ਸਕਦੀ ਹੈ। ਹੇ ਪ੍ਰਭੂ, ਮਨ ਕਰਕੇ ਤਨ ਕਰਕੇ ਜਿਹੜਾ ਮੇਰਾ ਮਨ ਹੈ ਤਨ ਹੈ ਇਹ ਤੇਰਾ ਹੈ, ਤੂੰ ਮੇਰਾ ਮਾਲਕ ਹੈ, ਮਨ ਤੇ ਤਨ ਤੇਰਾ ਦਿੱਤਾ ਹੋਇਆ ਹੈ। ਅਤੇ ਸੱਚ ਧੀਰਕ ਤੁਰ ਕੀ, ਅਤੇ ਜਿਹੜਾ ਤੇਰਾ ਨਾਮ ਹੈ ਨਾ ਇਹ ਸੱਚ ਹੈ, ਇਹ ਧੁਰੋਂ ਦਰਗਾਹ ਤੱਕ ਸਾਡੀ ਮਦਦ ਕਰਨ ਵਾਲਾ ਹੈ। ਧੁਰ ਤੱਕ ਮਾਲਕ ਜੀ ਸਾਡੇ ਨਾਲ ਨਿਭਣ ਵਾਲਾ ਹੈ। ਇਸ ਕਰਕੇ ਅਸੀਂ ਤੇਰੇ ਪਾਸੋਂ ਹੋਰ ਕੁਝ ਨਹੀਂ ਮੰਗਦੇ, ਤੇਰੇ ਪਾਸੋਂ ਮੰਗਦੇ ਹਾਂ ਬਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਸਾਡੇ ਉੱਤੇ ਇਹ ਬਖਸ਼ਿਸ਼ ਕਰੋ ਤਾਂ ਕਿ ਦਿਨ ਰਾਤ ਅਸੀਂ ਤੇਰੇ ਗੁਣਾਂ ਦਾ ਗਾਇਨ ਕਰਦੇ ਰਹੀਏ। ਇੱਥੋਂ ਤੱਕ ਗੁਰੂ ਸਵਾਰੇ ਆਪ ਜੀ ਨੇ ਕੱਲ੍ਹ ਵਾਲੇ ਦੀਵਾਨਾਂ ਵਿੱਚ ਵਿਚਾਰ ਸਰਵਣ ਕੀਤੀ ਸੀ। ਹੁਣ ਸਤਿਗੁਰੂ ਮਹਾਰਾਜ ਜੀ ਪੰਜਵੇਂ ਪਦੇ ਦੁਆਰਾ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਅਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਾਚੈ ਬੈਸਣ ਉੱਠਣਾ, ਹਜ ਭੋਜਨ ਭਾਖਿਆ, ਚਿੱਤ ਸਚੈ ਵਿਤੋ ਸੱਚਾ, ਸਾਚਾ ਰਸ ਚਾਖਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 1011 ਅੰਕ 'ਤੇ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਜਗਿਆਸੂ ਜਨ ਸਤਿਗੁਰਾਂ ਨੂੰ ਸਵਾਲ ਕਰਦੇ ਨੇ ਅਤੇ ਸਤਿਗੁਰੂ ਜੀ ਉਹਨਾਂ ਦੇ ਸਵਾਲਾਂ ਦਾ ਉੱਤਰ ਦਿੰਦੇ ਹਨ। ਹੁਣ ਜਗਿਆਸੂ ਜਨਾਂ ਨੇ, ਗੁਰਸਿੱਖਾਂ ਨੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਜਿਵੇਂ ਆਮ ਮਨੁੱਖ ਦਾ ਉੱਠਣਾ ਬੈਠਣਾ, ਉਹ ਸੰਗੀਆਂ ਸਾਥੀਆਂ ਵਿੱਚ ਬੈਠਦਾ ਜਾ ਕੇ, ਮਿੱਤਰਾਂ ਸੱਜਣਾਂ ਵਿੱਚ ਬੈਠਦਾ ਜਾ ਕੇ, ਅਨੇਕਾਂ ਪ੍ਰਕਾਰ ਦੇ ਉਹ 36 ਪ੍ਰਕਾਰ ਦੇ ਭੋਜਨ ਛਕਦਾ ਹੈ, ਅਤੇ ਸਤਿਗੁਰੂ ਜੀ ਪ੍ਰਭੂ ਦੇ ਪਿਆਰੇ ਦੀ ਖੁਰਾਕ ਕੀ ਹੈ, ਪ੍ਰਭੂ ਦਾ ਪਿਆਰਾ ਕਿੱਥੇ ਜਾ ਕੇ ਬੈਠਦਾ ਹੈ। ਅਤੇ ਸਤਿਗੁਰੂ ਦੱਸ ਰਹੇ ਨੇ ਕਿ ਸੱਚ ਹੈ ਬੈਸਣ ਉੱਠਣਾ। ਜਿੱਥੇ ਸੱਚ ਦਾ ਪਸਾਰਾ ਹੋਵੇ, ਜਿੱਥੇ ਸੱਚ ਦੀ ਗੱਲ ਹੋਵੇ ਨਾ, ਅਤੇ ਪ੍ਰਭੂ ਦਾ ਪਿਆਰਾ ਉਹ ਸੱਚ ਵਾਲੀ ਥਾਂ 'ਤੇ ਜਾ ਕੇ ਬੈਠਦਾ ਹੈ, ਅਤੇ ਉੱਥੋਂ ਹੀ ਉਹਨਾਂ ਵਿੱਚ ਉੱਠਣਾ ਬੈਠਣਾ ਹੁੰਦਾ। ਭਾਵ ਪ੍ਰਭੂ, ਜਿੱਥੇ ਪ੍ਰਭੂ ਦਾ ਨਾਮ ਜਪੇ ਜਾਵੇ, ਪ੍ਰਭੂ ਦੀ ਗੱਲ ਕੀਤੀ ਜਾਵੇ, ਉਹਨਾਂ ਉੱਥੇ ਜਾ ਕੇ ਬੈਠਣਾ ਹੈ। ਗੁਰੂ ਘਰਾਂ ਦੇ ਵਿੱਚ ਜਿੱਥੇ ਸੰਗਤ ਹੁੰਦੀ ਹੋਵੇ, ਰੱਬੀ ਬਾਣੀ ਦਾ ਕੀਰਤਨ ਹੁੰਦਾ ਹੋਵੇ, ਕਥਾ ਹੁੰਦੀ ਹੋਵੇ, ਅਤੇ ਉੱਥੇ ਰੱਬ ਦੇ ਪਿਆਰੇ ਜਾ ਕੇ ਬੈਠਦੇ ਨੇ। ਅਤੇ ਗੁਰੂ ਸਵਾਰਿਓ, ਨਹੀਂ ਤਾਂ ਬਹੁਤ ਜਿਹੜੇ ਮਨਮੁੱਖ ਬਿਰਤੀ ਵਾਲੇ ਲੋਕ ਨੇ, ਉਹ ਬਾਹਰ ਘੁੰਮ ਕੇ ਹੀ ਆਪਣਾ ਜਿਹੜਾ ਸਮਾਂ ਹੈ ਐਵੇਂ ਅਜਾਈਂ ਗਵਾ ਦਿੰਦੇ ਨੇ। ਪਰ ਸਤਿਗੁਰੂ ਜੀ ਦਾ ਫਰਮਾਨ ਹੈ ਕਿ ਨਹੀਂ, ਬਸ ਉਹਨਾਂ ਦੇ ਬਸ ਦੀ ਗੱਲ ਨਹੀਂ। ਜਿਵੇਂ ਪਰਮਾਤਮਾ ਦਾ ਹੁਕਮ ਹੈ, ਉਹਨਾਂ ਦੇ ਭਾਗਾਂ ਦੇ ਸਤ ਸੰਗਤ ਹੈ ਹੀ ਨਹੀਂ ਹੈ। ਸਤ ਸੰਗਤ ਭਾਗਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ ਹੈ। ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ ਨਾ ਕਿ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਬਖਾਣੀ ਹੈ, ਏਕੋ ਨਾਮ ਹੁਕਮ ਹੈ,
ਨਾਨਕ ਸਤਿਗੁਰ ਦੀਆ ਬੁਝਾਏ ਜੀ। ਪ੍ਰਭੂ ਦਾ ਨਾਮ ਕੀ ਹੈ? ਪ੍ਰਭੂ ਦੇ ਹੁਕਮ ਵਿੱਚ ਚੱਲਣਾ, ਹੁਕਮ ਨੂੰ ਮੰਨਣਾ। ਤੇ ਜਿੱਥੇ ਸੱਚ ਦੀ ਭਲੀ ਪ੍ਰਕਾਰ ਵਿਚਾਰ ਹੁੰਦੀ ਉਹਨੂੰ ਕਹਿੰਦੇ ਨੇ ਸਤ ਸੰਗਤ। ਫਿਰ ਸਤਿਗੁਰੂ ਕਹਿੰਦੇ ਨੇ ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਇਹ ਗੁਰਦੇਵ ਦੀ ਪ੍ਰਾਪਤੀ ਵੱਡਿਆਂ ਭਾਗਾਂ ਕਰਕੇ ਹੁੰਦੀ ਹੈ, ਜਿਹਦੀ ਸੇਵਾ ਕਰਕੇ, ਜਿਹਨੂੰ ਚੇਤੇ ਕਰਕੇ ਸਾਡੇ ਕੀਤੇ ਹੋਏ ਕਰੋੜਾਂ ਪਾਪ ਖਤਮ ਹੋ ਸਕਦੇ ਨੇ। ਤੇ ਇਹ ਰੱਬ ਦੇ ਪਿਆਰੇ ਗੁਰੂ ਸਵਾਰੇ ਫਿਰ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਬੈਠਦੇ ਨੇ। ਉਹ ਗੁਰੂ ਕੀਆਂ ਕਥਾ ਕਹਾਣੀਆਂ ਸੁਣਦੇ ਨੇ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ। ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਹਰ ਕੇ ਗੁਣ ਹਰ ਭਾਵ ਦੇ, ਸੇ ਗੁਰੂ ਤੇ ਪਾਏ। ਜਿਨ ਗੁਰ ਕਾ ਭਾਣਾ ਮੰਨਿਆ, ਤਿਨ ਘੁੰਮ ਘੁੰਮ ਜਾਏ। ਵਾਹ ਕਮਾਲ ਦੇ ਬਚਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜਿਨ ਗੁਰ ਕਾ ਭਾਣਾ ਮੰਨਿਆ, ਤਿੰਨ ਘੁੰਮ ਘੁੰਮ ਜਾਏ। ਉਹਨਾਂ ਤੋਂ ਮੈਂ ਸਦਕੇ ਜਾਂਦਾ, ਕਰਵਾਣ ਜਾਂਦਾ ਬਾਰ ਬਾਰ। ਉਹ ਕਿਹੜੇ ਨੇ? ਜਿਹੜੇ ਨਾਮ ਰਸੀਏ ਨੇ, ਜਿਹੜੇ ਸਤ ਸੰਗਤ ਦਾ ਆਨੰਦ ਮਾਣਦੇ ਨੇ, ਗੁਰੂ ਕਾ ਜਸ ਸੁਣਦੇ ਨੇ, ਵਡਿਆਈ ਕਰਦੇ ਨੇ। ਅਤੇ ਉਹਨਾਂ ਨੂੰ ਫਿਰ ਗੁਰੂ ਸਰ ਸੰਸਾਰ ਦੇ ਲੋਕ ਨਾਮ ਦਿੰਦੇ ਨੇ, ਜਿਨ੍ਹਾਂ ਨੇ ਪ੍ਰਭੂ ਦੇ ਨਾਮ ਦੀ ਕਮਾਈ ਕੀਤੀ ਹੈ, ਸੱਚਾ ਭੋਜਨ ਛਕਣਾ ਕੀਤਾ ਹੈ। ਸੱਚੀ ਥਾਂ 'ਤੇ ਉਹ ਜੇ ਸੱਚ ਦਾ ਪ੍ਰਚਾਰ ਹੁੰਦਾ ਹੋਵੇ ਨਾ, ਪਸਾਰਾ ਹੋਵੇ, ਉੱਥੇ ਹੀ ਉਹ ਬੈਠਦੇ ਨੇ, ਉੱਥੇ ਹੀ ਖਲੋਂਦੇ ਨੇ। ਉੱਥੋਂ ਉੱਠਣਾ ਬੈਠਣਾ ਉਹਨਾਂ ਦੇ ਵਿੱਚ ਹੈ। ਅਤੇ ਪ੍ਰਭੂ ਦੇ ਨਾਮ ਸੱਚਾ ਹੀ ਭੋਜਨ ਛਕਦੇ ਹਨ, ਉਹਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦੇ ਨੇ। ਸਰੀਰ ਨੂੰ ਚਲਾਉਣ ਵਾਸਤੇ ਸਾਨੂੰ ਖੁਰਾਕ ਦੀ ਲੋੜ ਹੈ। ਸਾਡਾ ਪੰਜ ਭੂਤਕ ਸਰੀਰ ਇਹ ਤਾਂ ਚੱਲੇਗਾ ਜੇ ਅਸੀਂ ਇਹਨੂੰ ਖੁਰਾਕ ਦਈਏ, ਸਮੇਂ ਅਨੁਸਾਰ ਭੋਜਨ ਦਿੰਦੇ ਰਹੀਏ ਤੇ ਚੱਲੇਗਾ। ਪਰ ਮਨ ਨੂੰ ਚਲਾਉਣ ਦੇ ਲਈ ਸਾਨੂੰ ਭੋਜਨ ਦੀ ਲੋੜ ਨਹੀਂ ਹੈ। ਇੱਥੇ ਕਿਹੜੀ ਖੁਰਾਕ ਦਿੱਤੀ ਜਾਵੇਗੀ? ਮਨ ਨੂੰ ਟਿਕਾ ਵਿੱਚ ਲਿਆਉਣ ਦੇ ਲਈ, ਮਨ ਨੂੰ ਰਹਾ ਵਿੱਚ ਲਿਆਉਣ ਦੇ ਲਈ ਸਾਨੂੰ ਸਾਹਿਬਾਂ ਦੀ ਬਾਣੀ ਦੀ ਲੋੜ ਹੈ। ਜਦੋਂ ਸਾਡੇ ਕੋਲ ਸਾਹਿਬਾਂ ਦੀ ਬਾਣੀ ਨਹੀਂ ਹੈ ਨਾ, ਬਾਣੀ ਨਾਲ ਆਪਾਂ ਜੁੜਦੇ ਨਹੀਂ, ਬਾਣੀ ਨਹੀਂ ਪੜ੍ਹਦੇ, ਬਾਣੀ ਨੂੰ ਵਿਚਾਰਦੇ ਨਹੀਂ, ਤੇ ਸੱਚ ਜਾਣਿਓ ਉਦੋਂ ਤੱਕ ਸਾਡਾ ਜਿਹੜਾ ਮਨ ਹੈ ਕੇਂਦਰਿਤ ਨਹੀਂ ਹੋ ਸਕਦਾ। ਜਦੋਂ ਮਨ ਕੇਂਦਰਿਤ ਹੋ ਗਿਆ, ਮਨ ਕੇਂਦਰਿਤ ਦਾ ਇੱਕੋ ਇੱਕ ਤਰੀਕਾ ਹੈ ਕਿ ਪ੍ਰਭੂ ਦੇ ਗੁਰੂ ਦੇ ਸ਼ਬਦ ਨਾਲ ਜੁੜਨਾ। ਜਦੋਂ ਗੁਰੂ ਦੇ ਸ਼ਬਦ ਨਾਲ ਆਪਾਂ ਜੁੜ ਗਏ, ਫਿਰ ਸਾਨੂੰ ਸਮਝ ਆਣੀ ਹੈ ਕਿ ਪ੍ਰਭੂ ਦਾ ਨਾਮ ਹੀ ਸੱਚਾ ਭੋਜਨ ਹੈ। ਉਹ ਫਿਰ ਪ੍ਰਭੂ ਦੇ ਪਿਆਰੇ ਉਹ ਛਕਦੇ ਨੇ ਨਾਮ ਰੂਪੀ ਭੋਜਨ ਨੂੰ। ਫਿਰ ਹਰ ਸਮੇਂ ਉਸ ਮਾਲਕ ਦੇ ਗੁਣਾਂ ਦਾ ਗਾਇਨ ਕਰਦੇ ਨੇ। ਹੁਣ ਜਿਵੇਂ ਭਗਤ ਜੀ ਦੇ ਵਚਨ ਪੜ੍ਹਦੇ ਨਾ ਆਪਾਂ ਕਿ ਭੂਖੇ ਭਗਤ ਨਾ ਕੀਜੈ, ਜਹ ਮਾਲਾ ਆਪਣੀ ਲੀਜੈ। ਹੋ ਮੰਗੋ ਸੰਤਨ ਰੇਨਾ, ਮੈਂ ਨਾਹੀ ਕਿਸੀ ਕਾ ਦੇਨਾ। ਜੇ ਆਪਾਂ ਇਹਦੇ ਆਮ ਅਰਥ ਦੁਨਿਆਵੀ ਅਰਥ ਕਰੀਏ, ਦੁਨਿਆਵੀ ਅਰਥ ਇਹ ਬਣਨਗੇ ਕਿ ਭਗਤ ਕਬੀਰ ਸਾਹਿਬਾਨ ਜੀ ਕਹਿ ਰਹੇ ਨੇ ਕਿ ਪਰਮਾਤਮਾ ਭੁੱਖਿਆ ਮੇਰੇ ਤੋਂ ਭਗਤੀ ਜੀ ਹੁੰਦੀ। ਪਹਿਲਾਂ ਮੈਨੂੰ ਤੂੰ ਭੋਜਨ ਦੇਣਾ ਕਰ, ਸਮੇਂ ਅਨੁਸਾਰ ਮੈਨੂੰ ਖੁਰਾਕ ਦੇਣਾ ਕਰ। ਜੇ ਮੇਰੇ ਮਨ ਤਨ ਦੀ ਤ੍ਰਿਪਤੀ ਹੋਵੇਗੀ, ਫਿਰ ਮਨ ਦੀ ਤ੍ਰਿਪਤੀ ਹੋਵੇਗੀ। ਇਹ ਦੁਨਿਆਵੀ ਅਰਥ ਨੇ। ਫਿਰ ਅਗਲੀ ਪੰਕਤੀ, ਹੋ ਮੰਗੋ ਸੰਤਨ ਰੇਨਾ, ਮੈਂ ਨਾ ਹੀ ਕਿਸੀ ਕਾ ਦੇਨਾ। ਇੱਥੋਂ ਸਿੱਧ ਹੁੰਦਾ ਕਿ ਭਗਤ ਜੀ ਨੇ ਮੰਗਿਆ ਕਿ ਹੇ ਪਰਮਾਤਮਾ, ਜਦੋਂ ਤੱਕ ਮੇਰੇ ਮਨ ਦੇ ਵਿੱਚ ਵਿਸ਼ਿਆਂ ਦੀ ਭੁੱਖ ਹੈ, ਵਿਕਾਰਾਂ ਦੀ ਭੁੱਖ ਹੈ, ਉਦੋਂ ਤੱਕ ਮਾਲਕ ਜੀ ਤੇਰੀ ਭਗਤੀ ਨਹੀਂ ਹੋ ਸਕਦੀ ਹੈ। ਤੇਰੀ ਭਗਤੀ ਕਰਨ ਦੇ ਲਈ ਮੈਨੂੰ ਇਹ ਤੂੰ ਨਾਮ ਦੀ ਖੁਰਾਕ ਦੇਣਾ ਕਰ,
ताकि मेरा जिहड़ा मन है ना, इस संकल्पां विकल्पां वल ना जावे, मन विषयां वल ना दौड़े। ते ह्यो मांगो संतन रेना, मैं तेरे दरों तेरे संत जनां दी रेना चरण धूड़ी मंगदा, मैंने मेरे उत्ते यही बख्शिश करो। इंज गुरु सवार जिहड़े प्रभु दे प्यारे ने ना, वो प्यारे सच्चा भोजन छकदे ने, नाम रूपी भोजन, नाम रूपी भोजन छकदे ने। ते नाम रूपी भोजन छक के अठे पैर वो तृप्त हुंदे हन। चित्त सच्चा बित्तो सच्चा, साचा रस चाखिया। हुण अगला सवाल सतगुरु जी नूं कीता कि पातशाह जी ये किरपा करके दसो, ਜਿਹੜੇ नाम जपते बंदगी करते हैं उन्हां दा चित्त किहो जिहा हुंदा, चित्त विच किहो जी चितमनियां आउंदियां ने, किहो जी विचार आउंदे ने, ते उन्हां दी वित्त, वित्तो दा अर्थ है वित्त, कमाई, कमाई किहो जी है, आप जी बख्शिश करके दसो। ते गुरु नानक पातशाह महाराज कहंदे ने चित्त सच्चा है। उन्हां दा चित्त सच्चा हुंदा क्योंकि वो चित्त करके एकाग्र चित्त हो के उस वाहिगुरू दे विच जुड़ जाते हैं, एक विक हो जाते हैं। सच दे उपासक, सच दे उपांधी ने। ते बित्तो सच्चा, जिहड़ी उन्हां दी कमाई है, दसां नोहां दी किरत करते हैं, वो भी सच्ची सुच्ची किरत है, कोई दो नंबर की मिलावट नहीं है, किसी का हक मार के नहीं खाने वाले हो। जो दसां नोहां की किरत करते, जो प्राप्त हो गया उन्होंने प्राप्त करके ही वो मालक का शुक्र करते, संतोखी बन के रहंदे ने। ते सच्चे नाम का ही वो ना रस चखते हैं, नाम रूपी रस नूं चखते हैं। जेकर आप इतिहास की गल करिए ना, बहुत सारे इहो जिहे रब दे प्यारे होए ने जिन्हां दा इतिहास विच सुनहरी अखरां विच नाम लिखिया होया। जिहड़े दसां नोहां की किरत करते सी, उस किरत करके फिर लोड़वंदां की सहायता भी करते हैं, अपने परिवार की पालना पोषणा विच लगे हुए हैं। बहुत घट ने पर है नहीं। गुरु काल वेले है सी, गुरु काल तो बाद भी सी, अज भी ने पर घट ने। इतिहास में एक सिख का नाम आउंदा जिहदा नाम है तारा सिंह वाह। वाह पिंड है तरन तारण दे विच, नशहरे दे कोल वाह पिंड, तारा सिंह वाह। निहंग सिंह दे बाणे विच रहण वाला, नाम रसीआ, बंदगी करन वाला, अपनी खेतीबाड़ी करदा, खेती दी कार करदा है। तो उन्हें एक धर्मशाला तैयार की हुई है। धर्मशाला तैयार करके उस धर्मशाला विच आए गए जिन्ने भी अतिथि ने, कोई मुसाफिर चल के आउंदा उन्होंने लंगर पानी छकाउंदा, चाहे गुरु के सिख चल के आण, चाहे हिंदू आ जाए, मुसलमान आ जाए, कोई भी आ जाए, होका दे के आखदा कि भाई गुरु का लंगर तैयार है, आप सारे लंगर छकना करो, किसी को भुखा नहीं जान दिंदा। उसे ही नगर का एक चौधरी जिहड़ा सिखां नाल बड़ी ईर्खा करता सी, जकरिया खां लाहौर का सूबा सी, ते इधरों गुरु सवारे ये काफ़ी नेड़ता सी। ते जदों वो भाई साहब लंगर छकाउंदे ने, इन्हें ईरखा बस हो के जिहड़े भाई साहब के खेत सी ना, खेतां विच अपने घोड़े छड़ देने, ते घोड़ियां ने सारी फसल उजाड़ देनी। एक बारी कहा, दो बारी आखिया, पर यह चौधरी नहीं हटिया। जो चौधरी नहीं हटिया, भाई तारा सिंह वाह ने उस समय जिन्ने भी सिख सी ना, नेड़ता सी नाल, कोई जंगलों में रह रहे, कित्थे रह रहे सी, उन्हें सारिਆਂ ਨੂੰ सद्दिया, मीटिंग की,
आखना कीता कि ये चौधरी मैनू बड़ा तंग करता है। मैं किसी नाल वितकरा नहीं करता, मेरे कोल कोई चल, चाहे तुसी चल के आंदे, चाहे हिंदू चल के, मुसलमान चल के आवे, जिन्हों भुख लगी हुंदी है, मैं गुरु का लंगर जान के सारिਆਂ ਨੂੰ प्रसादा छकाउंदा। मैं किसी को मंगण नहीं जाता। मैं 10 नोहां की किरत करके खेतीबाड़ी करदा हाँ, तो जो मैनू मुनाफा हुंदा उहदे राही मैं लंगर ला दिंदा हाँ। पर यह नगर का चौधरी मैनू बड़ा तंग करता है तो सारी मेरी फसल उजाड़ दिंदा। इस तरह बड़ी रुकावट पै रही है। कहते ने उस समय 50 ਸਿੰਘਾਂ ਦਾ जत्था इकत्तर होके गया चौधरी के घर विच, ते आखना कीता कि चौधरी साहब तुसीं इंज ना करना करो, असीं तुहानूं की आखदे हां। भाई तारा सिंह वाह ने एक धर्मशाला तैयार की हुई है। उस धर्मशाला विच गुरु का लंगर तैयार हुंदा ते संगतां नूं वरताया जांदा है। ये नहीं कि केवल सिखां नूं प्रसादा छकाया जाता, जिहड़ा भी चल के गया उन लोड़वंद नूं प्रसादा छकाया जाता है। असीं तुहाडे पासों मंगदे नहीं आ। उहदी अपनी जमीन है, अपनी जमीन दे विचों ही जो उहनूं बचदा उहदे मुताबक उहदे नाल ही वो सारा ये प्रबंध करदा है। तुसीं इंज करो, घोड़े ना छड्डना करो, साडी फसल ना उजाड़ना करो। चौधरी हंकारी सी। हंकार दे विच आके आखण लग्या, कहण लगा मेरे कोल घोड़ियां नूं बन्नण लई रस्सियां नहीं हन। मैं इंज करांगा, सिखां दे बाल नोच के ना, सिखां दे बाल कट के रस्सियां तैयार करांगा, रस्से तैयार करके फिर मैं घोड़े बन्नांगा, फिर बाद विच देखांगे। हुण चौधरी दे बोल सी, सिख नूं अपने केस प्यारे ने। जदों आख्या तुहाडे केस कट के इहदियां रस्सियां बना के मैं घोड़े बन्नांगा, फिर तुहाडी फसल उजाड़ नूं बंद हो जावे। ते भाई बघेल सिंह जैसे उस जथे विच सिख सी, जोश विच आ गए। कहण लगे, ऐ चौधरीआ तै गल अज साडे केसां उत्ते कर दित्ती है, हुण तैनूं सबक सिखाना पवेगा। ऐ चौधरीआ हुण तूं अपने घोड़े छड्ड के वेखी, फिर तैनूं दसदे आ आपां तेरे नाल की करांगे। ते गुरु सवारिओ कह समा लंघे, कुछ दिन तां शांति रही है, ते कुछ दिनां बाद फिर इस चौधरी ने फिर घोड़े छड्ड दिते। सिखां ने ख्याल रखिया ते सिखां ने वो घोड़े पकड़े, ते घोड़े पकड़ के पटियाला सिंह, पटियाले दे रहण भाई आला सिंह जी, आला सिंह सरदार नूं जाके वो घोड़े बेच दिते। घोड़े पकड़ के बेच दिते। जब घोड़े बेचे ने, चौधरी नूं पता लग्या, बड़ा अग बबूला होया, ते अपने आदमी लैके ना भाई तारा सिंह वाह दे जिथे धर्मशाला बनी हुई है उत्थे आके हमला कर दिता। ते सिख पहलां ही तैयार बैठे हुए सन। सिख पहलां ही तैयार बैठे हुए थे। तारा सिंह वाह ते भाई बघेल सिंह इत्यादक जिहड़े होर सिख सी, तकरीबन गिणती 50 के करीब सी। ते गुरु सर ऐसी मार चकाई उन्होंने, ते इहदे जिहड़े सेवक सी, जिहड़े चौधरी दे नौकर सी, सिपाही सी, वो मार खा के उत्थों भज गए। चौधरी नूं पकड़ लिया। चौधरी नूं पकड़िया, चंगा सोधा लाया, ते सोधा लाण तो हाथ जोड़ के माफिया मंग के छुटिया। पर जदों गुरु साहिब घर दे विच गया, ये उस समय सहन नहीं कर सकिया। इन्हें उस समय जकरिया खां तक पहुँच की, अपने कोलों तोहमतां लाइयां कि सिख इस तरह कर देण, ताकत वधदी जा रही है, तुहाडे राज नूं खतरा है। वो तारा सिंह वाह उन्हां भुखियां नूं प्रसादा छकाउंदा है। देखो जी, मैं नगर का चौधरी ते मेरे नाल ये कीती है, अज मेरे उत्ते हथ पाया, कल नूं तुहाडे उत्ते भी हथ पाया जा सकदा है। इत्यादक अनेकां प्रकार दीयां गल्लां बातां बनाईयां ते जकरिया खां अग बबूला होया। कहंदे ने 200 सूरमे
ਇੱਕ ਸੈਨਾਪਤੀ ਦੇ ਨਾਲ ਗੁਰੂ ਸਵਾਰਿਓ ਭੇਜਣਾ ਕੀਤੇ ਕਿ ਜਾ ਕੇ ਹੱਲਾ ਬੋਲਣਾ ਕਰੋ। ਹੱਲਾ ਬੋਲਣਾ ਸਵੇਰ ਵੇਲੇ, ਅੰਮ੍ਰਿਤ ਵੇਲੇ ਬੋਲਣਾ, ਜਦੋਂ ਸਿੱਖ ਆਪਣੇ ਗੁਰੂ ਦੀ ਯਾਦ ਵਿੱਚ ਬੈਠਾ ਹੁੰਦਾ ਹੈ। ਹੁਣ ਜਦੋਂ ਉੱਧਰੋਂ ਸਿੱਖ ਆਪਣੇ ਬੈਠਣ ਨੂੰ ਪਤਾ ਹੈ ਕਿ ਹੁਣ ਹਮਲਾ ਤਾਂ ਹੋਣਾ ਹੀ ਹੈ। ਭਾਈ ਬਘੇਲ ਸਿੰਘ ਜੀ ਜਦੋਂ ਬਾਹਰ ਜੰਗਲ ਪਾਣੀ ਗਏ ਨੇ, ਘੋੜਿਆਂ ਦੀਆਂ ਪੋੜਾਂ ਦੀਆਂ ਸੁੰਮਾਂ ਦੀ ਆਵਾਜ਼ ਆਈ, ਮਿੱਟੀ ਉੱਡ ਰਹੀ ਹੈ। ਪਤਾ ਲੱਗ ਗਿਆ ਕਿ ਹੁਣ ਦੁਸ਼ਮਣ ਦਲ ਚੜ੍ਹ ਕੇ ਆ ਗਿਆ। ਤੇ ਅੰਦਰ 50 ਸਿੰਘ ਨੇ, 50 ਸਿੰਘ ਭਾਈ ਤਾਰਾ ਸਿੰਘ ਜੀ ਦੇ ਨਾਲ ਤੇ ਇੱਕ ਭਾਈ ਤਾਰਾ ਸਿੰਘ, ਗਿਣਤੀ ਬਣਦੀ ਹੈ ਤਕਰੀਬਨ 51। ਤੇ ਭਾਈ ਬਘੇਲ ਸਿੰਘ ਨੇ ਲਲਕਾਰਾ, ਬੜੀ ਉੱਚੀ ਜਕਾਰਾ ਛੱਡਿਆ। ਡਰ ਪੈਦਾ ਹੋ ਗਿਆ, ਪਤਾ ਨਹੀਂ ਅੰਦਰ ਕਿੰਨੇ ਸਿੰਘ ਹੋਣਗੇ। ਜਕਾਰੇ ਵਿੱਚ ਇੰਨੀ ਗਰਜ ਆਵਾਜ਼ ਸੀ ਕਿ ਥਰ ਥਰ ਕੰਬਣ ਲੱਗ ਗਏ। ਤੇ ਉਦੋਂ ਫਿਰ ਭਾਈ ਬਘੇਲ ਸਿੰਘ ਜੀ ਅੰਦਰ ਗਏ, ਜ਼ਖਮੀ ਹਾਲਤ ਵਿੱਚ ਹੋ ਗਈ, ਜੰਗ ਲੜਿਆ। ਤੇ ਸਿੰਘ ਬਾਰ ਨੂੰ ਆਖਣ ਤੁਸੀਂ ਤਾਂ ਛੱਡ ਕੇ ਚਲੇ ਜਾਵੋ। ਭਾਈ ਤਾਰਾ ਸਿੰਘ ਜੀ ਕਹਿਣ ਲੱਗੇ, ਨਹੀਂ, ਮੇਰੇ ਇਸ ਸਮੇਂ ਦੀ ਉਡੀਕ ਤਾਂ ਮੈਂ ਕਾਫੀ ਸਮੇਂ ਤੋਂ ਕਰ ਰਿਹਾ ਸੀ। ਜੇ ਮੈਂ ਹੁਣ ਚਲਿਆ ਗਿਆ ਤੇ ਮੌਤ ਤਾਂ ਇੱਕ ਦਿਨ ਆਉਣੀ ਹੈ, ਅੱਜ ਨਹੀਂ ਤਾਂ ਕੱਲ੍ਹ। ਤੇ ਦੁਸ਼ਮਣਾਂ ਦੇ ਦੰਦ ਖੱਟੇ ਕਰਕੇ, ਅਨੇਕਾਂ ਦੁਸ਼ਮਣਾਂ ਦਾ ਖਾਤਮਾ ਕਰਕੇ ਅਸੀਂ ਸ਼ਹਾਦਤ ਦਾ ਜਾਮ ਪੀਵਾਂਗੇ, ਵੀ ਉਹਨਾਂ ਸ਼ਹੀਦ ਸਿੰਘਾਂ ਜਾਵੇਗਾ। ਤੇ ਗੁਰੂ ਸਵਾਰੇ ਪਹਿਲਾਂ ਹੀ ਜਿਹੜੇ ਚੌਧਰੀ ਦੇ ਬੰਦੇ ਆਏ ਸੀ, ਉਹਨਾਂ ਪਾਸੋਂ ਹਥਿਆਰ ਇਤਿਆਦ ਘੋੜੇ ਖੋਏ ਸਨ, ਸਾਹਮਣੇ ਦੁਸ਼ਮਣ ਦਾ ਮੁਕਾਬਲਾ ਹੋਣ ਲੱਗ ਪਿਆ। ਬੜਾ ਘਮਸਾਣ ਦਾ ਯੁੱਧ ਹੋਇਆ। ਤੇ ਘਮਸਾਣ ਦੇ ਯੁੱਧ ਵਿੱਚ ਭਾਈ ਬਘੇਲ ਸਿੰਘ ਦਾ ਜਾਮ ਪੀ ਗਏ ਨੇ। ਫਿਰ ਤਾਰਾ ਸਿੰਘ ਪਰ ਇੱਕ ਕਹਿੰਦੇ ਇਹ ਜਿਹੜਾ ਜਰਨੈਲ ਸੀ ਨਾ, ਇੱਕ ਆਪਣਾ ਸੂਰਮਾ ਅੱਗੇ ਭੇਜਿਆ, ਤੂੰ ਅੱਗੇ ਵਧਣਾ ਕਰ। ਤਾਰਾ ਸਿੰਘ ਵਾਹ ਵੱਲ ਨੂੰ ਵੱਧ ਕੇ ਆਇਆ ਤੇ ਭਾਈ ਤਾਰਾ ਦੁਸ਼ਮਣ ਮੇਰੇ ਵੱਲ ਵੱਧ ਕੇ ਆ ਰਿਹਾ। ਸਿੰਘ ਵਾਹ ਨੇ ਬੜੀ ਜ਼ੋਰ ਦੀ ਹੱਥ 'ਚ ਢਾਲਾ ਪਕੜਿਆ, ਉਹਦੀ ਢਾਲ, ਜਿਹਦੇ ਰਾਹੀਂ ਦੁਸ਼ਮਣ ਦਾ ਵਾਰ ਰੋਕਿਆ ਜਾਂਦਾ। ਮੁੱਖ ਉੱਤੇ ਗੁਰੂ ਸਵਾਰਿਓ ਢਾਲ ਮਾਰਨਾ ਕੀਤਾ ਤੇ ਉਹਦੇ ਇੱਥੋਂ ਵਾਪਸ ਮੁੜ ਗਿਆ। ਜਿਹੜਾ ਦਾ ਸੈਨਾਪਤੀ ਸੀ ਉਹਨੇ ਹਾਸ ਮਜ਼ਾਕ ਕੀਤਾ, ਕਹਿਣ ਲੱਗਿਆ ਤੂੰ ਪਾਨ ਚਬਾ ਕੇ ਆਇਆ ਏ ਵਾਧਾ। ਤੇ ਅੱਗੋਂ ਉਹ ਕਹਿਣ ਲੱਗਾ, ਵਾਹ ਬੈਠਾ ਹੋਇਆ, ਜੇ ਤੇਰੇ 'ਚ ਜ਼ੋਰਤ ਹੈ ਤੂੰ ਅੱਗੇ ਵਧਣਾ ਕਰ। ਉਹ ਤਾਰਾ ਸਿੰਘ ਵਾਹ ਸਾਨੂੰ ਪਾਨ ਚਬਾ ਰਿਹਾ, ਸੂਰਮੇ ਉਹਨੇ ਖਤਮ ਕਰ ਦਿੱਤੇ। ਮੁੱਖ ਉੱਤੇ ਢਾਲੇ ਮੇਰੀ ਸਾਹਿਬ ਮਾਰਦਾ, ਢਾਲ ਮਾਰਦਾ ਏ, ਜੇ ਤੇਰੇ 'ਚ ਜ਼ੋਰਤ ਹੈ ਤੂੰ ਅੱਗੇ ਜਾਣਾ ਕਰ। ਤੇ ਥਰ ਥਰ ਕੰਬ ਗਿਆ ਆਪਣੀ ਕਿ ਇੰਜ ਨਹੀਂ ਗੱਲ ਬਣਨੀ, ਸਾਰੇ ਹਮਲਾ ਕਰੀਏ। ਜੇ ਇਕੱਠੇ ਹੋ ਕੇ ਹਮਲਾ ਕਰਾਂਗੇ ਫਿਰ ਦੁਸ਼ਮਣ ਦਲ ਨੂੰ ਖਤਮ ਕੀਤਾ ਜਾ ਸਕਦਾ ਹੈ। ਤੇ ਸਿੰਘਾਂ ਕੋਲ ਅੰਦਰ ਸ਼ਸਤਰ ਜਿਹੜੇ ਹਥਿਆਰ ਸੀ, ਗੋਲੀਆਂ, ਉਹ ਤਾਂ ਚੌਧਰੀ ਦੇ ਬੰਦਿਆਂ ਪਾਸੋਂ ਤਲਵਾਰਾਂ ਸੀ। ਫਿਰ ਸਿੰਘ ਬਾਹਰ ਨਿਕਲ ਕੇ ਗੁਰੂ ਸਵਾਰਿਓ ਜੂਝਦੇ ਰਹੇ, ਅਨੇਕਾਂ ਦਾ ਖਾਤਮਾ ਕਰਕੇ ਫਿਰ ਅਖੀਰ ਤੇ ਸ਼ਹਾਦਤ ਦਾ ਜਾਮ ਪੀ ਗਏ ਨੇ, ਸ਼ਹੀਦ ਹੋ ਗਏ। ਜ਼ਕਰੀਆ ਖਾਨ ਉਸ ਸਮੇਂ ਪਹੁੰਚੇ ਨੇ, ਜਿਹੜਾ ਲੱਗੇ ਕੰਮ ਸਰ ਹੋ ਗਿਆ ਹੈ। ਕਹਿਣ ਲੱਗਿਆ ਹਾਂਜੀ ਜਾ ਪਨਾਹ, ਸਾਰੇ ਸਿੱਖ ਖਤਮ ਕਰ ਦਿੱਤੇ ਨੇ। ਸਿੱਖਾਂ ਦੀ ਗਿਣਤੀ ਕਿੰਨੀ ਸੀ?
50 ਸੀ ਇਹ ਲੋਥਾਂ ਗਿਣੀਆਂ, 50 ਲੋਥਾਂ ਤੇ 51ਵੀਂ ਜਿਹੜੀ ਭਾਈ ਤਾਰਾ ਸਿੰਘ ਦੀ। ਕਹਿਣ ਲੱਗੇ ਆਪਣੇ ਜਿੰਨੇ ਸੂਰਮੇ ਕਿੰਨੇ ਖਤਮ ਹੋਏ ਨੇ? ਕਹਿਣ ਲੱਗਿਆ ਜਾਪਨਾ 100 ਤੋਂ ਵੱਧ ਹੋ ਗਏ ਨੇ। 100 ਤੋਂ ਵੱਧ ਸਾਡੇ ਸੂਰਮੇ ਤੇ ਵਿੱਚ ਬਹੁਤ ਜ਼ਖਮੀ ਹੋਏ ਪਏ ਨੇ। ਤੇ ਜ਼ਕਰੀਆ ਅੱਗ ਬਬੂਲਾ ਹੋਇਆ ਕਿ 50 ਬੰਦਿਆਂ ਨੂੰ ਮਾਰਨ ਲਈ ਐਡਾ ਵੱਡਾ ਨੁਕਸਾਨ ਕਰਾ ਕੇ ਆਏ ਨੇ। ਤੇ ਗੁਰੂ ਸਵਾਰਿਓ ਇਹੋ ਜਿਹੇ ਸਿੰਘ ਸੀ। ਦਸਾਂ ਨੋਹਾਂ ਦੀ ਕਿਰਤ ਕਰਨੀ ਤੇ ਕਿਰਤ ਵਿੱਚੋਂ ਗੁਰੂ ਸਵਾਰੇ ਫਿਰ ਲੋੜਵੰਦਾਂ ਦੇ ਲੰਗਰ ਲਾ ਦੇਣੇ, ਲੋੜਵੰਦਾਂ ਦੀ ਸਹਾਇਤਾ ਕਰਨੀ। ਇਸ ਤਰ੍ਹਾਂ ਦੀ ਨਾਲੇ ਉਹ ਸੱਚ ਦੇ ਪ੍ਰਤੱਗੀ ਸੀ, ਨਾਮ ਅਭਿਆਸੀ ਸਨ, ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਸੀ। ਇਹ ਨਹੀਂ ਕੇਵਲ ਅੱਜ ਦਾ ਕਰਨਾ, ਅੱਜ ਵੀ ਬੜੇ ਬੜੇ ਲੰਗਰ ਲਾਏ ਜਾ ਰਹੇ ਨੇ, ਬੜੀ ਕਿਰਪਾ। ਇਸ ਨਾਮੇ ਬਿਮਾਰੀ ਫੈਲੀ ਹੋਈ ਹੈ ਤੇ ਲੋਕਡਾਊਨ ਦੇ ਵਿੱਚ ਬੜੀਆਂ ਸੰਸਥਾਵਾਂ ਨੇ ਲੰਗਰ ਲਾਏ ਨੇ। ਮੁਬਾਰਕ ਹੈ। ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ ਬਹੁਤ ਵੱਡੇ ਪੁੰਨ ਦੀ ਗੱਲ ਹੈ। ਪਰ ਜੋ ਪੁਰਾਤਨ ਸਿੰਘਾਂ ਦਾ ਆਪਾਂ ਜੀਵਨ ਪੜ੍ਹੀਏ ਨਾ, ਤੇ ਪੁਰਾਤਨ ਸਿੰਘਾਂ ਕੋਲ ਜਿੱਥੇ ਉਹ ਲੰਗਰ ਲਾਉਂਦੇ ਸੀ ਨਾਲ ਨਾਮ ਬਾਣੀ ਦਾ ਅਭਿਆਸ ਵੀ ਕਰਦੇ ਸੀ। ਅੱਜ ਨਾਮ ਬਾਣੀ ਦਾ ਅਭਿਆਸ ਸਾਡੇ ਕੋਲ ਨਹੀਂ ਹੈ। ਲੰਗਰ ਲੱਗਦੇ ਨੇ ਪਰ ਨਾਮ ਬਾਣੀ ਦੇ ਆਪਾਂ ਕੋਹਾਂ ਦੂਰ ਹੋ ਗਏ ਆ। ਜਦੋਂ ਨਾਲ ਨਾਮ ਤੇ ਨਾਲ ਦੀ ਸਹਾਇਤਾ ਰੰਗ ਚੜ੍ਹਦਾ ਹੈ ਗੁਰੂ ਸਵਾਰਿਆਂ। ਤੇ ਸਤਿਗੁਰੂ ਕਹਿੰਦੇ ਜਿਹੜਾ ਸਿੱਖ ਦੇ ਉਸ ਪ੍ਰਭੂ ਦੇ ਪਿਆਰੇ ਦੀ, ਪ੍ਰਭੂ ਦੇ ਦਾਸ ਦਾ ਜੀਵਨ ਇਹੋ ਜਿਹਾ ਏ ਕਿ ਚਿੱਤ ਸੱਚਾ ਹੈ, ਚਿੱਤ ਵਿੱਚ ਸੱਚਾ ਪਰਮੇਸ਼ਰ ਦਾ ਨਾਮ ਹੈ। ਵਿੱਤੋਂ ਦਾ ਅਰਥ ਹੈ ਪੂੰਜੀ, ਜਮਾ ਪੂੰਜੀ, ਪਾਇਆ। ਇਹਦੀ ਵਿੱਤ ਵੀ ਸੱਚੀ ਹੈ, ਸੱਚੀ ਸੁੱਚੀ ਕਿਰਤ ਕਰਦੇ ਨੇ, ਸਾਚਾ ਰਸ ਤੇ ਨਾਲ ਉਹ ਸੱਚੇ ਪਰਮੇਸ਼ਰ ਦੇ ਨਾਮ ਦਾ ਰਸ ਚੱਖਦੇ ਹਨ। ਸਾਚਾ ਘਰ ਗੁਰ ਬਚਨ ਸੁਭਾਖਿਆ। ਬਖਸ਼ਿਸ਼ ਕਰਦੇ ਨੇ, ਕਹਿੰਦੇ ਜਿਨ੍ਹਾਂ ਨੇ ਗੁਰ ਬਚਨ ਸੁਭਾਖਿਆ, ਗੁਰੂ ਦੇ ਬਾਤ ਕਰਕੇ ਮੰਨ ਲਿਆ, ਭਾਵ ਗੁਰੂ ਦੇ ਉਹਨਾਂ ਦੇ ਰੂਪੇ ਘਰ ਸੱਚ ਦਾ ਪ੍ਰਕਾਸ਼ ਹੋ ਗਿਆ। ਸੱਚ ਰੱਖੇ, ਸੱਚੇ ਪਰਮੇਸ਼ਰ ਨੇ ਉਹਨਾਂ ਨੂੰ ਰੱਖ ਲਿਆ, ਵਿਕਾਰਾਂ ਬੰਨੇ ਡਿੱਗਣ ਦਿੱਤਾ, ਉਹਨਾਂ ਨੂੰ ਜੰਮਣ ਮਰਨ ਤੋਂ ਰੱਖ ਲਿਆ। ਇਹੋ ਜਿਹੇ ਗੁਰਮੁਖਾਂ ਨੂੰ ਉਸ ਮਾਲਕ ਨੇ ਗੁਰੂ ਸਵਾਰਿਓ ਮੁਕਤ ਕਰ ਦਿੱਤਾ। ਮਨਮੁਖ ਕੋ ਹਾਥੇ ਉਜਾੜੀ। ਸਤਿਗੁਰੂ ਜੀ ਹੁਣ ਮਨਮੁਖ ਜੀਵ ਦੀ ਗੱਲ, ਪਹਿਲਾਂ ਗੁਰਮੁਖਾਂ ਦੀ ਗੱਲ ਕੀਤੀ ਹੈ, ਹੁਣ ਅਗਲੀ ਪੰਕਤੀ 'ਚ ਪਾਤਸ਼ਾਹ ਮਨਮੁਖ ਜੀਵ, ਮਨਮੁਖ ਵਾਲਾ, ਮਨ ਅਨੁਸਾਰ ਚੱਲਣ ਵਾਲਾ, ਗੁਰੂ ਦੀ ਮਾਦਾ ਧਾਰਨੀ ਨਹੀਂ ਹੈ, ਉਹ ਮਨਮੁਖ ਜੀਵ। ਕਹਿੰਦੇ ਉਸ ਮਨਮੁਖ ਕੋ ਆਲਸ ਗੁਣ, ਬਹੁਤਾ ਆਲਸ ਮਨਮੁਖ ਨੂੰ ਹੁੰਦਾ ਹੈ। ਜਿਸ ਥਾਂ ਤੇ ਉਹ ਰਹਿੰਦਾ ਨਾ, ਉਹ ਅਸਲ ਵਿੱਚ ਉਹ ਜਿਹੜੀ ਥਾਂ ਹੈ ਬੀਆਬਨ ਉਜਾੜਦੀ ਨਹੀਂ ਬਣ ਜਾਂਦੀ ਹੈ। ਮਨਮੁਖਾਂ ਲਈ ਉਹਨੂੰ ਦੇਖਣ ਨੂੰ ਸੋਹਣੀ ਲੱਗਦੀ ਹੈ, ਪਰ ਗੁਰਮੁਖਾਂ ਦੀ ਨਿਗਾਹ ਵਿੱਚ ਉਹ ਬੀਆਬਨ ਉਜਾੜ ਹੁੰਦਾ ਹੈ। ਆਪਾਂ ਗੁਰਬਾਣੀ ਵਿੱਚ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ ਨਾ ਕਿ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਨ ਸੋਇਨ ਚੁਬਾਰੇ। ਜਿੱਥੇ ਨਾਮ ਨਾ ਜਪਿਆ ਮੇਰੇ, ਸਈ ਨਗਰ ਉਜਾੜੀ ਜੀਓ। ਉਹਨੂੰ ਵੀ ਜਿੱਥੇ ਪ੍ਰਭੂ ਦਾ ਨਾਮ ਨਾ ਹੋਵੇ, ਜਿੱਥੇ ਵਾਤਾਵਰਨ ਕੁਦਰਤੀ ਤੌਰ ਤੇ ਇਹ ਕਿਰਨਾਂ ਹੁੰਦੀਆਂ ਨੇ ਜੋ ਸਾਨੂੰ ਉਹ ਸਾਡੇ ਗੁਰੂ ਲਾਭ ਸਾਨੂੰ ਜਦ ਸਾਡਾ ਹਿਰਦਾ
है, साडा केंद्रीय स्थान है। उत्थे कोई भी चलिया जाए, किसी भी मजहब नाल चलिया जाए, संबंधित है। हरमंदर साहिब जाके हर एक नूं मन शांति मिलती है। कुदरती तौर पर वेखो, आपां बाणी दा कीर्तन गुरुद्वारियां विच सुणदे हैं, जिहड़े सुणदे अलाही बाणी का कीर्तन सुने, चौंकड़ा मार के परिक्रमा दे विच ही बैठ जाइए, 10 मिनट 15 मिनट बैठ के वेखो, तो उत्थों का आनंद गुरु सर वखरा ही है, वखरा ही अनुभव होगा कि उत्थे गुरु उत्थे अलाह जो पुरातन मर्यादा गुरु काल तो चली आ रही है, उही मर्यादा पुरातन समय तो कायम है, उत्थे पहला तो चली आ रही है। ते गुरु रामदास पातशाह महाराज आप वरत गल की है, भरोसे की जे सानू निश्चा नहीं, भरोसा नहीं है, मिलनी है। जे आप विश्वास रख के, भरोसा रख के, श्रद्धा रख के करिए, साडे मन महसूस हो, साडा मन टिका विच आवेगा, ठहराव वरतदियां ने जिहड़े गुरु सवारिओ भावना रख के हाजरियां भरते हैं। ते सतगुरु वचन करते ने, कहते भाई मनमुख जीव नूं बड़ा वड्डा आलस है। जिस थां ते वह मनमुख रहिंदा ना, नाम नहीं जपिया कदे, मुखों वाहिगुरु नहीं आख्या कदे, हत्थां नाल इस तरह ही मनमुख जीव मनमुखां वालियां गल करदा। कहते वो जड़ी जी थां है ना, कहते उहदे लई फिर कहते उजाड़ बन जाता, बीया बन जंगल बन जाता। इस तरह उन्हां दी हालत हुंदी है, कोशिश करते हैं बोली उन्होंने बोलनी, पिंजरे में कैद हो जाए ना, महीना 2 महीने पिंजरे, उन्होंने फिर उडारी मारनी बाहर छड्डिया जाए ना, वो उडारी मार के बैठ जाएगा। क्या सब तो पहला सानू पवेगा, जो पिंजरा हुण जिहड़ा सियाणा मां इन्हां नूं क्यों गुलाम आजाद करना, कहंदे ने महापुरख ने उस तोते नूं छड़ दिता, पिंजरे च बाहर कढिया, तोता फिर वापस पिंजरे विच आके बैठ गया। कीता ये फिर पिंजरे विच आके बैठ गया। हुण आजाद कि किवें आजाद कीता, पुरखा ने वो पिंजरा तोड़ दिता। गुरु सवार पिंजरा तोड़िया, जे पिंजरा नहीं रहना तो बैठे आ कित्थे, तोता वो गुरु उडारियां मारन लग पे, चरण लग पे, उहदे संगी ते बंधना विच इस तरह कहते इस तरह फसिया होया जीव चुग निता प्रति चोगा चुगदा चुगड़ी विचों लग बंध बिगाड़ी। कहते इस तरह बंधना विच फसिया जांदा, इस तरह अपना आप बिगाड़ लैंदा है। पर साधी मुक्त होए साचे निज ताड़ी। फिर सतगुरु जी मुक्त होने का तरीका की है, किवें फिर जिहड़ा एक जीव इस पिंजरे विच फस गया, तेने परमेश्वर के चरणों का भोरा बना देना है।
ਅਨਹਤ ਲਾਇਆ ਪ੍ਰਭ ਹੇਤ ਪਿਆਰੀ। ਲਾਲਾ ਸੇਵਕ ਦਾਸ ਅਨਹਤ ਇੱਕ ਰਸ। ਕਹਿੰਦੇ ਜਿਹੜਾ ਪ੍ਰਭੂ ਦਾ ਪਿਆਰਾ ਸੇਵਕ ਹੈ ਨਾ, ਉਹ ਪ੍ਰਭੂ ਦੇ ਨਾਮ ਵਿੱਚ ਬੰਨਿਆ ਗਿਆ ਅਨਹਤ ਰਾਜੇ ਉਸ ਪਿਆਰੇ ਦੇ ਅੰਦਰ ਵੱਜਣ ਲੱਗ ਪੈਂਦੇ ਨੇ, ਬੰਨਿਆ ਜਾਂਦਾ ਹੈ। ਪ੍ਰਭ ਹੇਤ ਪਿਆਰੀ, ਪ੍ਰੇਮ ਭਗਤੀ ਹੁੰਦੀ ਹੈ, ਪ੍ਰੇਮ ਦੇ ਨਾਲ ਹੀ ਸਹਿਬ ਸਕਦਾ, ਪ੍ਰੇਮ ਦੇ ਨਾਲ ਹੀ ਗੁਰੂ ਸ਼ਹਾਦਤ ਦਾ ਜਾਮ ਅੰਦਰ ਅਣਿਆਲ ਹਿਰਦਾ ਬਿੰਨਿਆ ਜਾਂਦਾ ਹੈ। ਫਿਰ ਗੁਰੂ ਸਰ ਉਹਨਾਂ ਦੇ ਅੰਦਰ ਇਹੋ ਜਿਹਾ ਪ੍ਰੇਮ ਪੈਦਾ ਹੁੰਦਾ ਹੈ, ਪ੍ਰੇਮ ਨੂੰ ਜਾ ਸਕਦਾ। ਜਿਵੇਂ ਆਪਾਂ ਪੰਜਵੇਂ ਗੁਰ ਦੇ ਮਹਾਰਾਜ ਦੇ ਬਚਨ ਪੜ੍ਹਦੇ ਹਾਂ, ਸਤਿਗੁਰੂ ਕਹਿੰਦੇ ਨੇ ਪ੍ਰਭ ਚਾਈ ਖੋਜਤ ਚਰਿਓ ਦੇਖੋ ਪ੍ਰਿਯ ਜਾਈ। ਸੰਦੇਸ਼ ਸੇਜ ਵਿਸ਼ਾਈ ਸ਼ਬਦ ਵਿੱਚ ਸਤਿਗੁਰੂ ਨੇ ਪ੍ਰੇਮ ਦੀ ਗੱਲ ਹੈ ਕਿ ਉਮਕਿਓ ਹਿਓ ਮਿਲਣ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਿਯ ਜਾਈ। ਕਿ ਮੇਰੇ ਮਨ 'ਚ ਉਮੰਗ ਪੈਦਾ ਹੋਈ, ਤਾਂਘ ਪੈਦਾ ਹੋਈ ਪ੍ਰਭੂ ਨੂੰ ਮਿਲਣ ਦੀ, ਤੇ ਜੀਵ ਇਸਤਰੀ ਪ੍ਰਭੂ ਪਰਮਾਤਮਾ ਨੂੰ ਲੱਭਣ ਲਈ ਚੱਲ ਪਈ। ਤੇ ਪ੍ਰਭੂ ਦਾ ਆਉਣਾ ਸੁਣਿਆ, ਕਹਿੰਦੇ ਜੀਵ ਇਸਤਰੀ ਨੇ ਪ੍ਰਭੂ ਪਤੀ ਦਾ ਆਉਣਾ, ਹੋਂ ਤੁਝ ਕੁਰਬਾਨ। ਹੇ ਵਾਹਿਗੁਰੂ, ਹੇ ਪਤੀ ਪਰਮੇਸ਼ਰ, ਦੱਸੋ ਮੈਂ ਆਪਣੇ ਕਿਸ ਤਰੀਕੇ ਦੇ ਨਾਲ ਆਪਣੀਆਂ ਸਖੀਆਂ ਸਹੇਲੀਆਂ ਨੂੰ ਪੁੱਛਦੀ ਹੈ, ਇਸਤਰੀਆਂ ਜਿਹੜੀਆਂ ਜੀਵ ਇਸਤਰੀਆਂ ਨੂੰ ਆਪਣੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ। ਕਹਿੰਦੀਆਂ ਨੇ ਭੈਣੇ ਦੱਸ ਮੈਂ ਆਪਣੇ ਮਾਂ ਦੇਣਾ ਕਰਾਂ, ਕਿਹੜਾ ਤਰੀਕਾ ਵਰਤਾਂ ਤਾਂ ਕਿ ਪਰਮੇਸ਼ਰ ਤੇ ਸਾਜਨ ਤੋਂ ਕੁਰਬਾਨ ਜਾਂਦੀ ਹੈ। ਤੇ ਗੁਰੂ ਸਹੁਰੇ ਇਹ ਪ੍ਰੇਮ ਦੇ ਤੇ ਪ੍ਰੇਮ ਮਾਲਕ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਕਹਿੰਦੇ ਭਾਈ ਜਿਹੜੀ ਇਹ ਅਨਹਤ ਲਾਲਾ ਵੇਦਿਆ, ਕਹਿੰਦੇ ਜਿਹੜਾ ਪ੍ਰਭੂ ਦਾ ਨਾਮ ਰਸ ਪ੍ਰਭ ਹੇਤ ਪਿਆਰੀ, ਪ੍ਰਭੂ ਦੇ ਨਾਲ ਕਹਿੰਦਾ ਉਹ ਬਹੁਤ ਸਾਰਾ ਹਿੱਤ ਕਰਦਾ ਹੈ, ਪ੍ਰੇਮ ਕਰਦਾ ਹੈ, ਤੇ ਪ੍ਰਭੂ ਉਹਨਾਂ ਨਾਲ ਪ੍ਰੇਮ ਕਰਦੇ ਹਨ। ਬਿਨ ਸਾਚੇ ਜਿਉ ਜਲ ਬਲੋ ਝੂਠੇ ਬੇਕਾਰੀ। ਜਿਹੜੇ ਬੇਕਾਰੀ ਪੁਰਸ਼ ਨੇ, ਝੂਠੇ ਪੁਰਸ਼ ਨੇ ਨਾ, ਉਹ ਪ੍ਰਭੂ ਦੇ ਨਾਮ ਸੱਚੇ ਨਾਮ ਤੋਂ ਬਿਨਾਂ ਉਹ ਜਲ ਜਾਂਦੇ, ਬਲਦੇ ਸੜਦੇ ਨੇ ਹਰ ਸਮੇਂ, ਹਰ ਸਮੇਂ ਉਹ ਤਪਦੇ, ਤਪਦਾ ਚੁੱਲ੍ਹਾ। ਜਿਵੇਂ ਇੱਕ ਭਾਂਡਾ ਗੁਰੂ ਸਵਾਰੇ ਆਪਾਂ ਪਿੰਡਾਂ ਵਿੱਚ ਦੇਖਦੇ ਹਾਂ ਨਾ, ਸਿਆਲ ਦਾ ਚੁੱਲ੍ਹੇ ਉੱਤੇ ਇੱਕ ਜਿਹੜਾ ਪਤੀਲਾ ਬਰਤਨ ਪਿਆ ਹੁੰਦਾ, ਸਾਰਾ ਦਿਨ ਪਾਣੀ ਨਾਲ ਰਿੱਝਦਾ ਰਹਿੰਦਾ, ਪਾਣੀ ਗਰਮ ਹੁੰਦਾ ਰਹਿੰਦਾ ਹੈ, ਕਿਉਂਕਿ ਗਰਮ ਪਾਣੀ ਦੀ ਲੋੜ ਪੈਂਦੀ ਹੈ। ਵਰਤੇ ਜਾਂਦੇ ਉਹ ਚੁੱਲ੍ਹਾ ਦਿਨੇ ਵੀ ਤੇ ਰਾਤ ਨੂੰ ਵੀ ਉਹ ਤਪਦਾ ਰਹਿੰਦਾ ਹੈ। ਤੇ ਸਾਜਣ ਨਾਮ ਤੋਂ ਹੀਣੇ ਪੁਰਸ਼ ਵੀ ਇਸੇ ਤਰ੍ਹਾਂ ਹੀ ਗੁਰੂ ਸਵਾਰਿਓ ਉਹ ਦਿਨ ਰਾਤ ਤਪਦੇ ਨੇ, ਸੜਦੇ ਨੇ, ਉਹਨਾਂ ਨੂੰ ਕਦੇ ਵੀ ਸ਼ਾਂਤੀ ਨਹੀਂ, ਤਪਸ਼ ਕਦੇ ਦੂਰ ਨਹੀਂ ਹੁੰਦੀ ਹੈ। ਇਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੈ, ਕਿਉਂਕਿ ਫਸੇ ਹੋਏ ਨੇ, ਝੂਠ ਬੋਲਦੇ ਹਨ। ਬਾਦਕਾਰਾ ਸਭ ਛੋਟੀ ਸਾਚੀ ਤਰ ਤਾਰੀ। ਗੁਰੂ ਸਵਾਰੇ ਸਾਰਾ ਬਾਦ ਯਾਦ ਕਰਨ ਛੱਡ ਦਿੱਤੇ। ਸਾਚੀ ਤਰ ਤਾਰੀ, ਤੇ ਸੱਚੇ ਪਰਮੇਸ਼ਰ ਦੇ ਵਿੱਚ ਉਹ ਜੀਵ ਇਸਤਰੀ ਜੁੜੀ ਹੋਈ ਹੈ।
ਤੇ ਸੱਚਾ ਨਾਮ ਹੀ ਜੀਵ ਇਸਤਰੀ ਨੂੰ ਸੰਸਾਰ ਸਮੁੰਦਰ ਤਾਰਨ ਵਾਲਾ ਹੈ। ਨਾਮ ਵਿਸਾਰਿਆ ਤੇ ਨਾ ਠੌਰ ਨਾ ਠਾਓ। ਸਤਿਗੁਰੂ ਜੀ ਅਗਲੀ ਪਗ ਦੇ ਪਦੇ ਵਿੱਚ ਬਖਸ਼ਿਸ਼ ਕਰਦੇ ਨੇ ਕਿ ਜਿਨੀ ਨਾਮ ਵਿਸਾਰਿਆ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਦਿੱਤਾ ਹੈ, ਭੁਲਾਇਆ ਹੋਇਆ ਹੈ, ਤਿਸ ਤਿੰਨ ਠੌਰ ਨਾ ਹੋ, ਉਹਨਾਂ ਨੂੰ ਗੁਰੂ ਸਵਾਰਿਓ ਕਿਤੋਂ ਵੀ ਥਾਂ ਨਹੀਂ ਮਿਲਦੀ ਹੈ। ਥਾਂ ਮਿਲਣ ਤੋਂ ਭਾਵ ਕੋਈ ਪ੍ਰਾਪਤ ਨਹੀਂ ਹੋਣੀ, ਨਾ ਇਸ ਲੋਕ ਵਿੱਚ ਮਾਨ ਸਨਮਾਨ, ਨਾ ਪਰਲੋਕ ਦੇ ਵਿੱਚ ਮਾਨ ਸਮਾਨ। ਇਸ ਤਰ੍ਹਾਂ ਉਹ ਹਰ ਸਮੇਂ ਚ ਤਿਆਗਿਆ, ਪਾਇਆ ਹਰ ਨਾਮ। ਸੇਵਕ ਹੈ, ਦਾਸ ਹੈ ਨਾ, ਉਹਨੇ ਦਾ ਲਾਲਚ ਉਹਨਾਂ ਫਿਰ ਉਹਦੇ ਉੱਤੇ ਗੁਰੂ ਦੀ ਬਖਸ਼ਿਸ਼ ਹੋਈ, ਗੁਰੂ ਦੀ ਦੇ ਨਾਮ ਨੂੰ ਪ੍ਰਾਪਤ ਕਰ ਲਿਆ। ਤੂੰ ਬਖਸ਼ ਹੈ ਤਾਂ ਮੇਲ ਲੈ ਜਾਓ। ਹੇ ਪ੍ਰਭੂ ਜੀ, ਸਤਿਗੁਰੂ ਕਹਿੰਦੇ ਇੰਝ ਬੇਨਤੀ ਕਰੋ ਮਾਲਕ ਦੇ, ਪ੍ਰਭੂ ਜੀ ਸਾਡੇ ਵਿੱਚ ਤਾਕਤ ਨਹੀਂ ਹੈ ਕਿ ਅਸੀਂ ਆਪ ਜੀ ਦਾ ਸਿਮਰਨ ਦਾ ਗਹਿਣ ਕਰ ਸਕੀਏ। ਅਸੀਂ ਤਾਂ ਔਗਣਾਂ ਦੇ ਭਰੇ ਹੋਏ ਹਾਂ, ਸਾਡੇ ਕੋਈ ਸ਼ੁਭ ਗੁਣ ਨਹੀਂ ਹੈ। ਪਰ ਜਿੰਨੇ ਅਸੀਂ ਆਪਣੇ ਜ਼ਿੰਦਗੀ ਵਿੱਚ ਗੁਨਾਹ ਕੀਤੇ ਨੇ ਨਾ, ਇਹਨਾਂ ਗੁਨਾਹਾਂ ਨੂੰ ਤੂੰ ਬਖਸ਼ਣ ਵਾਲਾ ਹੈ। ਜੇ ਤੂੰ ਬਖਸ਼ ਦੇਵੇ ਨਾ, ਫਿਰ ਸਾਡਾ ਮਿਲਾਪ ਹੋ ਸਕਦਾ ਹੈ। ਤੂੰ ਬਖਸ਼ ਹੈ ਤਾਂ ਮੇਲ ਲੈ, ਨਾਨਕ ਬਲ ਜਾ। ਨਾਨਕ ਗੁਰੂ ਜੀ ਮੈਂ ਅਸਾਂ ਪਾਸੋਂ, ਸੇਵਕਾਂ ਪਾਸੋਂ ਬਲ ਜਾਂਦਾ, ਕੁਰਬਾਨ ਜਾਂਦਾ। ਬਚਨ ਕਰਦੇ ਨੇ ਗੁਣ ਕੰਮੜੇ ਬੇਸ ਮਤ ਸ਼ਰਮਿੰਦਾ ਥੀ ਵਹੀ, ਸਾਈਂ ਦੇ ਦਰਬਾਰ। ਫਰੀਦ ਸਾਹਿਬਾਨ ਜੀ ਕਹਿੰਦੇ, ਭਾਈ ਜਿਹੜੇ ਕੰਮਾਂ ਵਿੱਚ ਕੋਈ ਗੁਣ ਨਹੀਂ ਹੈ, ਤੈਨੂੰ ਕੋਈ ਲਾਭ ਨਹੀਂ ਹੋਣਾ, ਉਹ ਨਾ ਕਰ, ਉਹਨਾਂ ਨੂੰ ਭੁਲਾ ਦੇ। ਜੇ ਤੂੰ ਇਹ ਕੰਮਾਂ ਵਿੱਚ ਲੱਗਿਆ ਰਿਹਾ ਨਾ, ਤੈਨੂੰ ਲਾਭ ਕੋਈ ਹੋਣਾ ਨਹੀਂ ਹੈ। ਅਖੀਰ ਤੇ ਤੈਨੂੰ ਮਾਲਕ ਦੀ ਦਰਗਾਹ ਦੇ ਵਿਖੇ ਸ਼ਰਮਿੰਦਗੀ ਮਹਿਸੂਸ ਕਰਨੀ ਪਵੇਗੀ। ਜੇ ਕੰਮ ਝੂਠ ਬੋਲਣਾ ਤਿਆਗ ਦਿੱਤਾ, ਲਾਲਚ ਤਿਆਗ ਦਿੱਤਾ, ਬਣ ਗਿਆ, ਸੰਗਤ ਕਰਨ ਲੱਗ ਪਿਆ, ਬਾਣੀ ਪੜ੍ਹਨ ਲੱਗ ਪਿਆ, ਉਹ ਅੰਮ੍ਰਿਤ ਵੇਲੇ ਉੱਠਣ ਲੱਗ ਪਿਆ, ਕਹਿੰਦੇ ਫਿਰ ਤੈਨੂੰ ਸਾਈਂ ਦੇ ਦਰ 'ਤੇ ਸ਼ਰਮਿੰਦਾ ਨਹੀਂ ਹੋਣਾ ਪਵੇਗਾ। ਤੈਨੂੰ ਸਾਈਂ ਦੇ ਦਰ 'ਤੇ ਪਿਆਰ ਮਿਲੇਗਾ। ਇਹਨੇ ਤੂੰ ਬਖਸ਼ ਲੈ, ਵਾਹਿਗੁਰੂ ਤੂੰ ਬਖਸ਼ ਲਵੇ ਨਾ, ਫਿਰ ਤੂੰ ਸਾਨੂੰ ਆਪਣੇ ਨਾਲ ਮੇਲ ਸਕਦਾ ਹੈ। ਨਾਨਕ ਬਲ ਜਾਓ। ਨਾਨਕ ਗੁਰੂ ਜੀ ਉਚਾਰਨ ਕਰਦੇ ਹਨ ਕਿ ਐਸੇ ਪ੍ਰਭੂ ਤੋਂ, ਪ੍ਰਭੂ ਦੇ ਪਿਆਰਿਆਂ ਤੋਂ ਮੈਂ ਸਦਕੇ ਜਾਂਦਾ, ਕੁਰਬਾਨ ਜਾਂਦਾ ਹਾਂ। ਇਹ ਗੁਰੂ ਸਵਾਰੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਚੌਥੇ ਜੋ ਅਸ਼ਟਪਦੀ ਸੀ, ਸਤਿਗੁਰਾਂ ਦੀ ਕਿਰਪਾ ਸਦਕਾ ਅੱਜ ਸਮਾਪਤੀ ਹੋਈ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈ। ਲਾਲਚ ਲਾਲੈ ਲਾਲਚ ਤਿਆਗਿਆ, ਪਾਇਆ ਹਰ ਨਾਉ।